रोड नेटवर्क बुरी तरह, कोई प्रोजेक्ट नहीं, कोई पार्क नहीं, कोई कॉलेज नहीं, कोई होर डिस्पेंसरी नहीं, कोई हॉस्पिटल नहीं। बई 10 सालों च जिन्हां ने विधान सभा दे विच हलके लिए कुछ मंगिया भी नहीं। विधान सभा च हर गल नोट की जाती है, लिखी जाती है, तो इन्होंने लिया तो किसी इन्होंने मंगिया भी नहीं। हाँ, एक चीज मंगी, पर जितन तो बाद इन्होंने काम कुछ नहीं किया। 2 साल अकाली दल नाल दोबारा मुड़ के उदों अड हो गए, पार्लीमेंट लड़ ली, फिर चले गए। ये दोबारा ਉਹਦੇ ਨਾਲ ਜਿਹੜੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ, ਇੱਕ ਤਾਂ ਬੱਚਿਆਂ ਦਾ ਪੜ੍ਹਾਈ ਵੱਲ ਨੂੰ ਰੁਝਾਨ ਘਟ ਰਿਹਾ, ਉੱਤੋਂ ਦੀ ਕਿਉਂਕਿ ਜੌਬਸ ਨਹੀਂ ਗਈਆਂ। ਸਾਡੇ ਵਾਰਡ ਇੰਚਾਰਜ ਨੇ, ਸਾਡੇ ਕਾਉਂਸਲਰ ਨੇ, ਇੱਕ ਥੱਲੇ ਤੱਕ ਪਾਰਟੀ ਦਾ ਕੇਡਰ ਤੇ ਨੈਟਵਰਕ ਹੈ। ਕੋਈ ਮੈਨੂੰ ਨਹੀਂ ਫੜੂ, ਦੂਜੇ ਨੂੰ A ਨਹੀਂ B ਨਹੀਂ C ਨਹੀਂ D। ਤੇ ਇਹਨਾਂ ਦਾ ਕੀ ਹੈ? ਸਾਰੇ ਤਾਂ ਕੈਂਡੀਡੇਟ ਜਿਹੜੇ ਕਾਂਗਰਸ ਤੋਂ ਰਿਜੈਕਟਡ ਸੀਗੇ, ਜਿਹੜੀ ਪਾਰਟੀ ਦੇ MLA ਦੀ ਗਰੰਟੀ ਹੈ ਨਹੀਂ ਬਈ MLA ਨਾਲ ਰਹਿਣਗੇ ਕਿ ਨਹੀਂ 5 ਸਾਲ, ਉਹ ਲੋਕਾਂ ਨੂੰ ਕਾਹਦੀ ਗਰੰਟੀ ਦੇ ਦੇਣਗੇ? ਗਰੰਟੀ ਤਾਂ ਇਹਨਾਂ ਦੇ ਕੇਜਰੀਵਾਲ ਦੀ ਨਹੀਂ। ਗਨਮੈਨਾਂ ਤੋਂ ਬਿਨਾਂ ਇਹ ਸਾਹ ਨਹੀਂ ਲੈਂਦੇ, ਸਰਕਾਰੀ ਗੱਡੀਆਂ ਤੋਂ ਬਿਨਾਂ ਇਹਨਾਂ ਨੂੰ ਸਾਹ ਨਹੀਂ ਆਉਂਦਾ। ਕਾਗਜ਼ ਬਾਅਦ ਚ ਭਰਦੇ ਨੇ, ਪਹਿਲੇ ਗਨਮੈਨ ਲੈਣ ਨੂੰ ਖੜੇ ਨੇ ਉੱਥੇ। ਕੀ ਬੈਂਸ ਭਰਾ ਜਿਨ੍ਹਾਂ ਨੇ 10 ਸਾਲਾਂ ਚ ਇੱਥੇ ਡੱਕਾ ਨਹੀਂ ਤੋੜਿਆ। मॉडल असीं गल करिए, दिल्ली मॉडल की गल करिए, पंजाब मॉडल की गल करिए, जो मर्जी करिए, ये मॉडलों तो किसी को कोई लेना देना नहीं है। जे कोई डिवेलपमेंट प्रोजेक्ट शुरू कराया ਉਹਦੇ ਚ भी जाके इन्होंने कीड़े पाए ने, इन्होंने जाके खराब करने की कोशिश की है। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਖ 20 ਫਰਵਰੀ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਆ, ਉਵੇਂ ਉਵੇਂ ਹਰ ਉਮੀਦਵਾਰ ਆਪਣੀ ਜਿੱਤ ਨੂੰ ਪੱਕਾ ਕਰਨ ਵਾਸਤੇ ਵੋਟਰਾਂ ਕੋਲ ਜਾ ਰਹੇ ਨੇ ਤੇ ਦਿਨ ਰਾਤ ਏੜੀ ਚੋਟੀ ਦਾ ਜ਼ੋਰ ਵੀ ਲਗਾ ਰਹੇ ਨੇ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਦੀ ਅੱਜ ਲੁਧਿਆਣਾ ਦੱਖਣੀ ਤੋਂ ਅਸੀਂ ਗੱਲ ਕਰਾਂਗੇ। ਲੁਧਿਆਣਾ ਦੱਖਣੀ ਦੀ ਇੰਟਰਵਿਊ ਦੀ ਗੱਲ ਕਰਾਂਗੇ ਕਿਉਂਕਿ ਜਿਹੜੇ ਉਮੀਦਵਾਰ ਇਸ ਇਲਾਕੇ ਤੋਂ ਖੜੇ ਨੇ ਨੌਜਵਾਨਾਂ ਦੀ ਧੜਕਣ ਨੇ, ਨੌਜਵਾਨ ਆਗੂ ਨੇ, ਕਿਉਂਕਿ ਇਸ ਵੇਲੇ ਕਾਂਗਰਸ ਪਾਰਟੀ ਨੇ ਨੌਜਵਾਨ ਚਿਹਰੇ ਵੀ ਉਤਾਰੇ ਨੇ। ਨੌਜਵਾਨ ਦਾ ਯੁੱਗ ਹੈ, ਨੌਜਵਾਨ ਇਸ ਦੇਸ਼ ਦਾ ਭਵਿੱਖ ਲਿਖਣਗੇ ਔਰ ਪੰਜਾਬ ਦਾ ਸੁਨਹਿਰਾ ਇਤਿਹਾਸ ਵੀ ਲਿਖਣਗੇ। ਗੱਲ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ ਨੌਜਵਾਨ ਆਗੂ ਕਾਂਗਰਸ ਪਾਰਟੀ ਦੇ ਉਮੀਦਵਾਰ ਲੁਧਿਆਣਾ ਦੱਖਣੀ ਤੋਂ ਈਸ਼ਵਰਜੋਤ ਚੀਮਾ ਜੀ। ਚੀਮਾ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਵੀਵਰਸ ਨੂੰ। ਈਸ਼ਵਰ ਜੀ, ਕਿਸ ਤਰ੍ਹਾਂ ਦੇਖਦੇ ਹੋ? ਪਹਿਲੀ ਵਾਰੀ ਤੁਸੀਂ ਇਸ ਦੱਖਣੀ ਤੋਂ ਆਪਣਾ ਦਾਅਵੇਦਾਰੀ ਰੱਖੀ ਹੈ। ਵੈਸੇ ਤੁਸੀਂ ਵਿਚਰਦੇ ਰਹੇ ਹੋ ਇਸ ਦੱਖਣੀ ਹਲਕੇ 'ਚ, ਬਹੁਤ ਵੱਡਾ ਹੈ ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਪਿੱਛੇ ਅਗਰ ਝਾਤ ਮਾਰੀਏ 10 ਸਾਲ 'ਚ ਲੋਕ ਇਨਸਾਫ ਪਾਰਟੀ ਦਾ ਦਬਦਬਾ ਰਿਹਾ ਤੇ ਉਹ ਇੱਥੇ ਜਿੱਦਾਂ ਮੌਜੂਦਾ ਰਹੇ ਨੇ ਵਿਧਾਇਕ। ਕੀ ਕਹਿਣਾ ਚਾਹੁੰਦੇ? ਠੀਕ ਹੈ ਤੁਹਾਡੀ ਗੱਲ। ਲੋਕਾਂ ਨੇ 2 ਵਾਰੀ ਇਸ ਇਲਾਕੇ 'ਚੋਂ ਬੈਂਸ ਭਰਾਵਾਂ ਨੂੰ ਫਤਵਾ ਦਿੱਤਾ ਤੇ ਐਡਾ ਵੱਡਾ ਫਤਵਾ ਵੀ ਜਿਹੜਾ ਇਤਿਹਾਸ ਬਣਾਉਣ ਵਾਲਾ, ਵੀ ਦੁਨੀਆ 'ਚ ਇਤਿਹਾਸ ਬਣਿਆ। ਪਰ ਜਦੋਂ ਦੂਜੇ ਪਾਸਿਓਂ ਦੇਖਦੇ ਆ ਵੀ ਲੋਕਾਂ ਨੂੰ ਕੀ ਮਿਲਿਆ ਤੇ ਬਿਲਕੁਲ ਹੀ ਹਨੇਰਾ। ਨਾ ਕੋਈ ਸਕੂਲ ਅਪਗ੍ਰੇਡ ਹੋਇਆ, ਸੀਵਰੇਜ ਸਿਸਟਮ ਧੂਆਂ ਨਿਕਲਿਆ ਪਿਆ ਸਾਰੇ, ਰੋਡ ਨੈਟਵਰਕ ਬੁਰੀ ਤਰ੍ਹਾਂ, ਕੋਈ ਪ੍ਰੋਜੈਕਟ ਨਹੀਂ, ਕੋਈ ਪਾਰਕ ਨਹੀਂ, ਕੋਈ ਕਾਲਜ ਨਹੀਂ, ਕੋਈ ਹੋਰ ਡਿਸਪੈਂਸਰੀ ਨਹੀਂ, ਕੋਈ ਹਸਪੀਟਲ ਨਹੀਂ। ਤੇ ਇੱਕ ਹੁੰਦੀ ਹੈ ਵੀ ਬੰਦਾ ਕੋਸ਼ਿਸ਼ ਕਰਦਾ ਕੁਝ ਲਿਆਉਣ ਦੀ ਤੇ ਬੰਦਾ ਕਹਿੰਦਾ ਵੀ ਸਰਕਾਰ ਜਾਂ ਨਾ ਸਰਕਾਰ ਮੈਂ ਨਹੀਂ ਲਿਆ ਸਕਿਆ। ਬਈ ਅਗਰ ਇਹ ਇਹੋ ਜਿਹੇ ਇੱਕ ਮੈਂ ਕਹਿੰਦਾ ਉਦਾਹਰਣ ਹੋਊਗੀ ਹਿੰਦੁਸਤਾਨ ਦੇ ਇਤਿਹਾਸ 'ਚ, ਬਈ 10 ਸਾਲਾਂ 'ਚ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਹਲਕੇ ਲਈ ਕੁਝ ਮੰਗਿਆ ਵੀ ਨਹੀਂ। ਵਿਧਾਨ ਸਭਾ 'ਚ ਹਰ ਗੱਲ ਨੋਟ ਕੀਤੀ ਜਾਂਦੀ ਹੈ, ਲਿਖੀ ਜਾਂਦੀ ਹੈ, ਤੇ ਇਹਨਾਂ ਨੇ ਲਿਆਉਣਾ ਤਾਂ ਕੀ ਸੀ, ਇਹਨਾਂ ਨੇ ਮੰਗਿਆ ਵੀ ਨਹੀਂ। ਹਾਂ, ਇੱਕ ਚੀਜ਼ ਮੰਗੀ ਵਿਧਾਨ ਸਭਾ 'ਚੋਂ, ਉਹ ਆਪਣੇ ਪਿਓ ਦਾ 34 ਲੱਖ ਦਾ ਬਿੱਲ ਪਾਸ ਕਰਾਇਆ ਇਲਾਜ ਦਾ। ਬਈ ਪੈਸੇ ਘੱਟ ਨੇ ਨਾ, ਜਿਹੜੇ ਹੋਰ ਜਾਂ ਬਿਜਲੀ ਦੇ ਹੋਰ ਥੋੜੇ ਨੇ। ਜਿਹੜਾ ਇੱਕ ਮਤਲਬ ਤੁਸੀਂ ਦੇਖੋ ਵੀ ਸਾਰਾ ਕੁਝ ਹੁੰਦੇ ਕਸੁੰਦੇ ਆ ਜਿਹੜੇ ਗੱਲਾਂ ਮੰਨਦੇ ਦੀਆਂ ਕਰਦੇ ਨੇ। ਹਾਂ, ਤੇ ਆਪਣੇ ਪਿਓ ਦਾ ਇਲਾਜ ਤੁਸੀਂ ਸਰਕਾਰੀ ਪੈਸੇ ਦੇ ਸਿਰ ਤੇ ਕਰਾ ਰਹੇ ਹੋ। ਤੇ ਹਲਕੇ ਲਈ ਕੀ ਮੰਗਿਆ? ਹਲਕੇ 'ਚ ਲੋਕਾਂ ਦੇ ਇਲਾਜ ਦੀ ਕੀ ਜ਼ਿੰਮੇਵਾਰੀ ਹੈ? ਹਲਕੇ 'ਚ ਕੀ ਕੀਤਾ? ਉਹ ਕੁਝ ਵੀ ਨਹੀਂ। ਹਲਕਾ ਅਸੀਂ ਵੀ ਦੇਖਿਆ, ਰੋਜ਼ ਦੇਖਦੇ ਹਾਂ ਔਰ ਇੰਨੇ ਸਾਲਾਂ ਤੋਂ ਦੇਖਦੇ ਹਾਂ। ਹਲਕੇ ਦੀ ਵਾਕਈ ਜਿਹੜੀ ਹੈ ਵਿਕਾਸ ਦੀ ਬਹੁਤ ਕਮੀ ਰਹੀ ਹੈ। ਫਿਰ ਲੋਕ ਕਿਵੇਂ ਜਿਤਾ ਦਿੰਦੇ?
ਭਾਜੀ ਸੱਚੀ ਗੱਲ ਹੈ, ਲੋਕ ਨਾ ਗਾਵੜੀਆ ਸਾਹਿਬ ਤੋਂ ਤੰਗ ਸੀ। 7 ਤੋਂ 12 ਤੱਕ ਉਹ ਵਜ਼ੀਰ ਰਹੇ। ਇਹ ਹਲਕਾ 8 ਚ ਬਣਿਆ ਪਹਿਲੀ ਵਾਰੀ, ਤੇ ਇਹਦੇ ਚ ਪਹਿਲੀ ਵਿਧਾਨ ਸਭਾ ਦੀ ਚੋਣ ਹੋਈ 12 ਚ। 2009 ਚ ਪਾਰਲੀਮੈਂਟ ਦੀ ਚੋਣ ਚ ਹਲਕੇ ਚ ਕਾਂਗਰਸ ਜਿੱਤੀ 7-8 ਹਜ਼ਾਰ ਵੋਟ ਤੇ 12 ਦੇ ਵਿੱਚ ਲੋਕ ਗਾਵੜੀਆ ਸਾਹਿਬ ਤੋਂ ਭਰੇ ਪੀਤੇ ਬੈਠੇ ਸੀ, ਤੇ ਲੋਕਾਂ ਨੇ ਉਹਨਾਂ ਨੂੰ ਤੇ ਉਹਨਾਂ ਦੇ ਮੇਅਰ ਨੂੰ ਦੋਨਾਂ ਨੂੰ ਰੱਜ ਕੇ, ਜਿਵੇਂ ਕਹਿੰਦੇ ਆ, ਰੱਜ ਕੇ ਨਿਚੋੜਤਾ ਲੋਕਾਂ ਨੇ। ਇਹ ਗਾਵੜੀਆ ਸਾਹਿਬ ਨੂੰ ਗਾਲਾਂ ਕੱਢਦੇ ਸੀ, ਉਸ ਨਾਤੇ ਲੋਕਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ, ਲੋਕਾਂ ਨੇ ਗਾਵੜੀਆ ਹਰਾਇਆ। ਇਹ ਇਹਨਾਂ ਨੂੰ ਚਲੋ ਕ੍ਰੈਡਿਟ ਮਿਲਿਆ, ਜਿੱਤ ਗਏ, ਪਰ ਜਿੱਤਣ ਤੋਂ ਬਾਅਦ ਇਹਨਾਂ ਨੇ ਕੰਮ ਕੁਛ ਨਹੀਂ ਕੀਤਾ। 2 ਸਾਲ ਅਕਾਲੀ ਦਲ ਨਾਲ ਦੁਬਾਰਾ ਮੁੜ ਕੇ ਉਦੋਂ ਅੱਡ ਹੋ ਕੇ ਪਾਰਲੀਮੈਂਟ ਲੜ ਲਈ, ਫਿਰ ਚਲੇ ਗਏ ਇਹ ਦੁਬਾਰਾ ਮਤਲਬ ਵੀ ਅਸੀਂ ਆਜ਼ਾਦ ਹੋ ਕੇ। ਤੇ 17 ਚ ਲੋਕਾਂ ਨੂੰ ਇੱਕ ਵਹਿਮ ਸੀਗਾ ਕਿ ਯਾਰ ਇਹਨਾਂ ਨੂੰ 5 ਸਾਲ ਮੌਕਾ ਮਿਲਿਆ, ਕੁਝ ਕੀਤਾ ਨਹੀਂ, ਤੇ ਲੋਕਾਂ ਨੂੰ ਇਹ ਉਮੀਦ ਸੀ ਵੀ ਸ਼ਾਇਦ ਇਹ ਸਰਕਾਰ ਦਾ ਹਿੱਸਾ ਬਣਨਗੇ, ਐਤਕੀ ਕੁਛ ਨਾ ਕੁਛ ਕਰਨਗੇ। ਪਰ ਚਲੋ ਜੋ ਆਮ ਆਦਮੀ ਹੋਈ ਕੱਕੜੀਆਂ ਖਰੇਲੇ, ਆਪਾਂ ਨੂੰ ਪਤਾ ਹੀ ਹੈ ਕੀ ਉਹ ਲੀਰੋ ਹੋਏ। ਤੇ ਜੋ ਅੱਗੇ ਉਹਨਾਂ ਦੇ ਮਤਲਬ ਇਹਨਾਂ ਨੇ 5 ਸਾਲ ਤਾਂ ਇਹਨਾਂ ਨੇ ਹਲਕੇ 'ਚ ਆਉਣਾ ਜਾਣਾ, ਤੇ ਕਿਸੇ ਨਾਲ ਕੋਈ ਮੇਰਾ ਖਿਆਲ ਦੁਆ ਸਲਾਮ ਵੀ ਨਹੀਂ ਰੱਖੀ ਜੀ। ਜੇ ਦੱਖਣੀ ਹਲਕੇ ਦੀ ਤੁਸੀਂ ਕਹਿੰਦੇ ਵਿਕਾਸ ਨਹੀਂ ਹੋਇਆ, ਵਾਕਈ ਵਿਕਾਸ ਦੀ ਬਹੁਤ ਕਮੀ ਹੈ। ਅਸੀਂ ਵੀ ਬਹੁਤ ਜ਼ਿਆਦਾ ਖਬਰਾਂ ਕੀਤੀਆਂ। ਤੁਸੀਂ ਕੀ ਵਿਕਾਸ ਕਰਨਾ ਚਾਹੁੰਦੇ ਹੋ? ਤੁਸੀਂ ਦੇਖਿਆ ਇਸ ਹਲਕੇ ਦੀ ਕਿਹੜੀ ਕਮੀ ਹੈ ਤੇ ਕਿਹਨੂੰ ਤੁਸੀਂ ਪਹਿਲ ਦਿਓਗੇ? ਭਾਜੀ ਦੇਖੋ, ਪ੍ਰਾਇੋਰਟੀ ਤਾਂ ਇਹ ਹੈ ਵੀ ਪਹਿਲੇ 6 ਮਹੀਨੇ ਸਾਲ ਦੇ ਵਿੱਚ, ਪਹਿਲੇ 3-4-5 ਮਹੀਨੇ ਲੱਗਣਗੇ ਇਹਦੇ ਸੀਵਰੇਜ ਸਿਸਟਮ ਸਾਰਾ ਸੈੱਟ ਕਰਨ ਨੂੰ, ਜਿੱਥੇ ਆਪਰੇਸ਼ਨਲ ਕਰਨ ਵਾਲਾ ਹੈ। ਤੁਸੀਂ ਦੇਖੋ, ਜਦੋਂ ਸੀਵਰੇਜ ਬੈਕ ਵੱਜਦੇ ਆ, ਲੋਕਾਂ ਦੀਆਂ ਗਲੀਆਂ ਟੁੱਟਦੀਆਂ ਨੇ, ਲੋਕਾਂ ਦੀ ਸੜਕਾਂ ਦਾ ਬੁਰਾ ਹਾਲ ਹੁੰਦਾ, ਤੇ ਨਰਕ ਵਰਗੀ ਜ਼ਿੰਦਗੀ ਜਿਉਣੀ ਪੈਂਦੀ ਹੈ। ਸੀਵਰੇਜ ਤੋਂ ਬਾਅਦ ਸੈਕਿੰਡ ਨਾਲ ਪ੍ਰਾਇੋਰਟੀ ਹੈ ਸੜਕਾਂ ਦਾ ਤੇ ਜਿਹੜਾ ਪੀਣ ਵਾਲਾ ਪਾਣੀ ਸਾਫ਼ ਮੁਹੱਈਆ ਕਰਾਉਣ ਵਾਲਾ, ਜਿਹੜੀ ਬੇਸਿਕ ਜ਼ਰੂਰਤ ਫਰਜ਼ ਹੈ, ਤੇ ਲੋਕਾਂ ਨੂੰ ਮਤਲਬ ਮਿਲਣਾ ਚਾਹੀਦਾ, ਹੱਕ ਹੈ ਲੋਕਾਂ ਦਾ, ਤੇ ਲੋਕਾਂ ਨੂੰ ਮਿਲ ਨਹੀਂ ਪਾ ਰਿਹਾ। ਤੇ ਨਾਲ ਜਿਹੜੀ ਜ਼ਰੂਰਤ ਵੱਡੀ ਹੈ ਬਈ ਸਕੂਲ ਅਪਗ੍ਰੇਡ ਕਰਾਏ ਜਾਣ, ਸਰਕਾਰੀ ਸਕੂਲ, ਤਾਂ ਕਿ ਜਿਹੜੀਆਂ ਕੁੜੀਆਂ ਨੇ, ਬੱਚੀਆਂ ਨੇ, ਉਹਨਾਂ ਨੂੰ ਪੜ੍ਹਨ ਬਾਹਰ ਜਾਣਾ ਬਹੁਤ ਔਖਾ ਹੁੰਦਾ। ਮੁੰਡਿਆਂ ਨੂੰ ਤਾਂ ਫੇਰ ਸਾਰੇ ਭੇਜ ਦਿੰਦੇ ਆ, ਕੁੜੀਆਂ ਨੂੰ ਬਹੁਤ ਔਖਾ ਹੈ। ਤੇ ਜੇ ਕੁੜੀ ਨਹੀਂ ਪੜ੍ਹਦੀ ਤੇ ਮਾਂ ਨਹੀਂ ਪੜ੍ਹੀ ਹੁੰਦੀ, ਜੇ ਮਾਂ ਨਹੀਂ ਪੜ੍ਹੀ ਤੇ ਅੱਗੇ ਪਰਿਵਾਰ ਨਹੀਂ ਪੜ੍ਹਦਾ। ਸੋ ਅਗਰ ਆਪਾਂ ਚਾਹੁੰਦੇ ਆ ਵੀ ਪੜ੍ਹ ਲਿਖ ਕੇ ਤਰੱਕੀ ਹੋਏ, ਤੇ ਉਹਦੇ ਲਈ ਇੱਕ ਵਾਰੀ ਬੇਟੀ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਜਿਹੜੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ, ਇੱਕ ਤਾਂ ਬੱਚਿਆਂ ਦਾ ਪੜ੍ਹਾਈ ਵੱਲ ਨੂੰ ਰੁਝਾਨ ਘਟ ਰਿਹਾ, ਉੱਤੋਂ ਦੀ ਕਿਉਂਕਿ ਜੌਬਸ ਹੈ ਨਹੀਂ ਗੀਆਂ। ਸੋ ਨਾਲ ਕਿਉਂਕਿ ਇੱਥੇ ਬਹੁਤ ਵੱਡੀ ਇੰਡਸਟਰੀ ਹੈ, ਇੱਥੇ ਇੰਡਸਟਰੀ ਦਾ ਬਹੁਤ ਵੱਡਾ ਹੈਗਾ ਇਸ ਇਲਾਕੇ ਦੇ ਵਿੱਚ, ਉਹਨਾਂ ਦੀ ਪ੍ਰੈਜ਼ੈਂਸ ਹੈ। ਸੋ ਸਾਰਿਆਂ ਨਾਲ ਉਹਨਾਂ ਨਾਲ ਕੋਆਰਡੀਨੇਟ ਕਰਕੇ ਜਿਹੜੇ ਕੋਈ ਜੌਬ ਓਰੀਐਂਟਡ ਕੋਰਸਿਸ, ਤੇ ਹੋਰ ਜਿਹੜਾ ਬੱਚਿਆਂ ਨੂੰ ਤੁਸੀਂ ਜੌਬ ਓਪਰਚੁਨਿਟੀਜ਼ ਮਿਲਣ, ਬੱਚਿਆਂ ਨੂੰ, ਬੱਚੇ ਆਪਣੀ ਨੌਕਰੀਆਂ ਤੇ ਜਾਣ। ਜਦੋਂ ਬੱਚੇ ਕਮਾਉਣ ਲੱਗ ਜਾਂਦੇ ਆ ਨਾਲ ਮਾਪਿਓ ਦੇ, ਤੇ ਪਰਿਵਾਰ ਆਪਣੇ ਆਪ 5-7 ਸਾਲਾਂ 'ਚ ਸੰਪੰਨ ਪਰਿਵਾਰ ਬਣ ਜਾਂਦਾ। ਸੋ ਇੱਥੇ ਬੜੀ ਬੇਸਿਕ ਨੀਡ ਹੈ। ਇੱਕ ਹੋਰ ਜਿਹੜੀ ਇੱਥੇ ਬਰਾਬਰ ਨਾਲ ਇਸ ਚੀਜ਼ ਦੇ ਨਾਲ ਪੈਰਲਲ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਨ ਵਾਲੀ ਗੱਲ ਹੈ ਬਈ ਹਰ ਚੀਜ਼ ਮੁਤਾਜ ਬਣਾਤਾ ਇੱਥੇ ਦੇ ਪੋਲੀਟੀਸ਼ੀਅਨਾਂ ਨੇ ਲੋਕਾਂ ਨੂੰ, ਬਈ ਸਾਡੇ ਦਫ਼ਤਰਾਂ 'ਚ ਆਓ, ਦਫ਼ਤਰਾਂ ਜਾ ਕੇ ਬੈਠੇ ਰਹੋ, ਫਿਰ ਕੋਈ ਪੋਲੀਟੀਕਲ ਬੰਦਾ ਪਰਚੀ ਦਊਗਾ, ਫਿਰ ਜਾ ਕੇ ਕੰਮ ਹੋਊਗਾ ਨਾ। ਇਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਚੁਸਤ ਦੋਸਤ ਕਰਾਂਗੇ ਵੀ ਇਹ ਚੀਜ਼ਾਂ, ਕੋਈ ਰਾਸ਼ਨ ਕਾਰਡ ਹੈ, ਕੋਈ ਰਾਸ਼ਨ ਦੀਆਂ ਡਿਲੀਵਰੀਆਂ ਨੇ, ਕੋਈ ਤੁਹਾਡੇ ਘਰਾਂ ਤੱਕ ਜਾਣ, ਲੋਕਾਂ ਤੱਕ ਪਹੁੰਚ ਕਰੇ ਸਰਕਾਰ। ਇਹ ਨਹੀਂ ਵੀ ਤੁਸੀਂ ਜਾ ਕੇ ਮਤਲਬ ਮੈਂ ਕਹਿੰਦਾ ਵੀ ਉਹਨਾਂ ਤਾਂ ਮੈਂ ਆ ਗਿਆ ਤੇ ਹੁਣ ਮੇਰੀ ਪਰਚੀ ਨਾ। ਸਿਸਟਮ ਬਦਲਾਂਗੇ, ਇੱਕ ਅੱਛਾ ਤੇ ਚੁਸਤ ਦਰੁਸਤ ਸਿਸਟਮ ਲਿਆਵਾਂਗੇ। ਹੁਣ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ, ਸਿਸਟਮ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਸਿਸਟਮ ਚੇਂਜ ਕਰਨਾ, ਕਿਉਂਕਿ ਕਾਂਗਰਸ ਪਾਰਟੀ ਦਾ ਸਿਸਟਮ ਸਹੀ ਨਹੀਂ ਰਿਹਾ, ਉਹਨਾਂ ਦਾ ਕਾਰਟੋਕੂਲੇਸ਼ਨ ਨਹੀਂ ਠੀਕ ਰਿਹਾ। ਔਰ ਹੁਣ ਵੀ ਇਸ ਹਲਕੇ ਦੀ ਵੀ ਗੱਲ ਜਿਹੜੀ ਕਰੀਏ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਜੋ 5 ਸਾਲ ਸਰਕਾਰ ਰਹੀ ਹੈ ਉਹਨਾਂ ਨੇ ਇਸ ਹਲਕੇ ਦੀ ਕੁਝ ਨਹੀਂ ਕਰ ਸਕੇ। ਕਿਸੇ ਵੀ ਚੀਜ਼ ਦੀ ਪ੍ਰੈਜ਼ੈਂਸ ਹੈ। ਹੁਣ ਹਲਕੇ 'ਚ 4 MLA ਬਣੇ ਨੇ, ਇਹ ਹਲਕਾ ਲੁਧਿਆਣੇ ਤੋਂ ਪਿਛੜਿਆ ਕੰਪੈਰੀਟਿਵਲੀ। ਬਾਕੀ ਇਹਨੂੰ ਜੇ ਕੋਈ ਕਹੇ ਮੈਂ ਬਾਹਰਲੇ ਮੁਲਕ ਵਾਲਾ ਬਣਾ ਦੂੰ, ਲੋਕ ਤਾਂ ਇਹ ਕਹਿੰਦੇ ਵੀ ਇਹਨੂੰ ਵੈਸਟ ਹਲਕਾ ਹੀ ਬਣਾ ਦਿਓ, ਠੀਕ ਹੈ ਨਾ ਜੀ। ਕਿਉਂਕਿ ਇਸ MLA ਦਾ ਕੰਮ ਹੁੰਦਾ ਹੈ ਬਈ ਉਹਨੇ ਐਡਮਿਨਿਸਟ੍ਰੇਸ਼ਨ, ਉਹਨੇ ਪ੍ਰੋਜੈਕਟ,
ਉਹਨੇ ਸਾਰਾ ਕੁਝ ਜ਼ੋਰ ਲਾ ਕੇ ਇੱਕ ਤਰੀਕਾ ਨਿਜਾਦ ਕਰਨਾ ਹੁੰਦਾ ਹੈ। ਤੇ ਜਦੋਂ ਐਮਐਲਏਆਂ ਦਾ ਹੀ ਕੰਮ ਵਾਲੇ ਪਾਸੇ ਧਿਆਨ ਨਹੀਂ ਤੇ ਸਿਰਫ ਇਹ ਧਿਆਨ ਹੈ ਵੀ ਦਫ਼ਤਰ 'ਚ ਬੈਠ ਕੇ ਮੈਂ ਮਤਲਬ ਮਿਲੀ ਜਾਵਾਂ ਤੇ ਮੈਂ ਪਰਚੀਆਂ ਦੇਈ ਜਾਵਾਂ, ਜਿਹੜੇ 10 ਬੰਦੇ ਮੇਰੇ ਕੋਲ ਆਉਣ ਮੈਂ ਉਹ ਕਰਤੇ ਤੇ ਮੇਰਾ ਕੰਮ ਖਤਮ ਹੈ। ਸਿੱਖ ਜ਼ਿੰਮੇਵਾਰੀ ਤੋਂ ਭੱਜ ਗਿਆ। ਤੇ ਇਹ ਚੀਜ਼ ਅਸੀਂ ਕਰ ਸਕਦੇ ਹਾਂ। ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਕੰਧ ਤੇ ਲਿਖਿਆ ਸੱਚ ਹੈ, ਸਰਕਾਰ ਬਣਨੀ ਨਹੀਂ। ਠੀਕ ਹੈ। ਦੂਜੀ ਗੱਲ, ਪਿਛਲੀ ਵਾਰੀ ਉਹਨਾਂ ਦੇ 20 ਜਿੱਤੇ, ਉਹ 20 ਦੀ ਪਰਫਾਰਮੈਂਸ ਦੇਖ ਲਓ। ਜਿਹੜੇ ਉਹਨਾਂ ਦੇ ਲੜੇ ਸੀ ਉਹ 5 ਸਾਲ ਇੱਥੇ ਬੜੇ ਨਹੀਂ। ਕਾਂਗਰਸ ਦਾ ਇੱਕ ਸਿਸਟਮ ਹੈ, ਮੈਂ ਨਹੀਂ ਹੈਗਾ, ਸਾਡੇ ਵਾਰਡ ਇੰਚਾਰਜ ਨੇ, ਸਾਡੇ ਕਾਉਂਸਲਰ ਨੇ, ਇੱਕ ਥੱਲੇ ਤੱਕ ਪਾਰਟੀ ਦਾ ਕੇਡਰ ਤੇ ਨੈਟਵਰਕ ਹੈ। ਕੋਈ ਮੈਨੂੰ ਨਹੀਂ ਫੜੂ, ਦੂਜੇ ਨੂੰ A ਨਹੀਂ B ਨਹੀਂ C ਨਹੀਂ D। ਤੇ ਇਹਨਾਂ ਦਾ ਕੀ ਹੈ, ਸਾਰੇ ਤਾਂ ਕੈਂਡੀਡੇਟ ਜਿਹੜੇ ਕਾਂਗਰਸ ਦੇ ਰਿਜੈਕਟਡ ਸੀਗੇ ਉਹ ਬੰਦੇ ਲਿਆ ਕੇ ਇਹਨਾਂ ਨੇ ਟਿਕਟਾਂ ਦੇਤੀਆਂ। ਕੀ ਇਹਨਾਂ ਤੋਂ ਭਾਲਦੇ ਹੋ ਜੀ ਤੁਸੀਂ? ਜਿਹੜੀ ਪਾਰਟੀ ਦੇ ਐਮਐਲਏ ਦੀ ਗਾਰੰਟੀ ਹੈ ਨਹੀਂ ਬਈ ਐਮਐਲਏ ਨਾਲ ਰਹਿਣਗੇ ਕਿ ਨਹੀਂ 5 ਸਾਲ, ਤੇ ਉਹ ਲੋਕਾਂ ਨੂੰ ਕਾਹਦੀ ਗਾਰੰਟੀ ਦੇ ਦੇਣਗੇ? ਗਾਰੰਟੀ ਤਾਂ ਇਹਨਾਂ ਦੇ ਕੇਜਰੀਵਾਲ ਦੀ ਨਹੀਂ ਬਈ ਉਹ ਕੀ ਬੋਲਦਾ, ਇੱਥੇ ਬੋਲਦਾ ਬਈ ਆਹ ਕਰਨਾ, ਉੱਥੇ ਜਾ ਕੇ ਅੱਗੇ ਜਾ ਕੇ ਕੁਝ ਹੋਰ ਕਰਦਾ। ਇੱਥੇ ਵਿਕਰਮ ਮਜੀਠੀਆ ਨੂੰ ਫੜ ਕੇ ਕਾਲਰ ਤੋਂ ਅੰਦਰ ਦੇ ਦੂੰਗਾ, ਮੈਂ 100 ਵਾਰੀ ਕਹੂੰ ਬਈ ਇਹ ਨਸ਼ਾ ਤਸਕਰ ਹੈ, ਉੱਥੇ ਜਾ ਕੇ ਮਾਫੀਨਾਮਾ ਲਿਖ ਦਿੰਦਾ ਵੀ ਮੇਰੇ ਕੋਲ ਟਾਈਮ ਦੀ ਕਮੀ ਹੈ। ਤੇ ਜਿਹਦੇ ਪ੍ਰਧਾਨ ਦੀ ਗਾਰੰਟੀ ਨਹੀਂ, ਜਿਹਦੇ ਐਮਐਲਏ ਦੀ ਗਈ, ਤੇ ਉਹਨਾਂ ਦੇ ਕਾਹਦਾ ਮਤਲਬ? ਉਹ ਤਾਂ ਐਵੇਂ ਹੁਣ ਗੱਲਾਂ ਮਾਰ ਕੇ ਲੋਕਾਂ ਦਾ ਪੋਲੀਟੀਕਲ ਸਿਸਟਮ ਤੇ ਜਿਹੜੀ ਪੜਾਸ ਹੈ ਉਹਨੂੰ ਐਕਸਪਲੋਇਟ ਕਰਕੇ ਸੱਤਾ ਚਾਉਣ ਦਾ ਸੌਖਾ ਤਰੀਕਾ ਲੱਭਦੇ ਨੇ। ਪਰ ਨਾਲ ਦੀ ਨਾਲ ਤੁਹਾਡੇ ਤੇ ਵੀ ਰੋਪ ਲਾਉਂਦੇ ਵੀ ਕਾਂਗਰਸ ਪਾਰਟੀ ਦਾ ਹੱਥ ਰਿਹਾ ਇਸ ਮੌਜੂਦਾ ਵਿਧਾਇਕਾਂ ਤੇ, ਫਿਰ ਵੀ ਕੁਝ ਨਹੀਂ ਕਰ ਸਕੇ। ਕਾਂਗਰਸ ਆਪਣਾ ਕੇਡਰ ਬਿਲਡ ਕਰੂਗੀ ਕਿ ਕਾਂਗਰਸ ਉਹਨਾਂ ਨੂੰ ਸ਼ੈਲਟਰ ਕਰੂਗੀ? ਦੂਜੀ ਚੀਜ਼, ਜਿੱਦਾਂ ਦੀ ਉਹਨਾਂ ਦੀ ਹਰਕਤਾਂ ਨੇ, ਜੋ ਉਹਨਾਂ ਦਾ ਹੈਗਾ ਵੇ ਆਫ ਵਰਕਿੰਗ ਹੈ, ਉਹ ਕਾਂਗਰਸ ਨਾਲ ਮੇਲ ਹੀ ਨਹੀਂ ਖਾਂਦਾ। ਦੂਜੀ ਚੀਜ਼, ਜਿੱਦਾਂ ਦੀ ਉਹਨਾਂ ਦੀ ਛਵੀ ਹੈ ਤੇ ਜੋ ਹੁਣ ਬਣੀ ਹੋਈ ਹੈ, ਉਹੋ ਜੀ ਛਵੀ ਨਾਲ ਤਾਂ ਕੋਈ ਕਾਂਗਰਸ ਮਤਲਬ ਜਿਵੇਂ ਕਹਿੰਦੇ ਆ ਆਪਣੇ ਉਹ 2 ਕਿਲੋਮੀਟਰ ਦੇ ਰੇਡੀਅਸ ਚ ਨਾ ਆਉਣ ਦੇ ਇਹਨਾਂ ਨੂੰ। ਇਹਨਾਂ ਦਾ ਰੌਲਾ ਸੀ ਵੀ ਮਿਲ ਰਹੇ ਆ, ਮਿਲ ਕੇ ਟਿਕਟ ਲੈ ਰਹੇ। ਵੈਰੀ ਤੇ ਭਾਜੀ 1 ਸਾਲ ਤੋਂ ਤਾਂ ਲਗਾਤਾਰ ਇੱਥੇ ਮੈਂ ਬੈਠਾ, ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਤੇ ਮੈਂ ਇੱਥੇ ਜਿਹੜੇ ਲੱਗਿਆ ਕੰਮ ਕਰਨ ਤੇ ਹੋਰ ਮੈਨੂੰ ਹਾਈ ਕਮਾਂਡ ਦਾ ਇਸ਼ਾਰਾ ਸੀ, ਮੈਂ ਤਾਂ ਲੱਗਿਆ ਸੀ। ਤੇ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ, ਇੱਕ ਲੋਕਾਂ ਨੂੰ ਭਰਮ ਭੁਲੇਖਾ ਸੀ। ਹੁਣ ਇਹ ਗੱਲ ਇਹ ਹੈ ਵੀ ਇਹ ਲੋਕ ਨਾ ਭਰਮ ਬੜਾ ਛੇਤੀ ਫੈਲਾਉਂਦੇ ਨੇ। ਹੁਣ ਕੜਵਲ ਸਾਹਿਬ ਦੇ ਦਫ਼ਤਰ ਉਦੋਂ MP ਸਾਹਿਬ ਆਏ, ਆਸ਼ੂ ਜੀ ਉੱਥੇ ਮੱਥਾ ਟੇਕ ਕੇ ਉਹਨਾਂ ਨੂੰ ਕੰਮ ਸੀ ਨਿਕਲ ਗਏ। ਤੇ ਉਹ ਦੇਖੋ ਜੀ ਆਸ਼ੂ ਜੀ ਉੱਥੇ ਨਹੀਂ ਆਏ, ਹੈ ਨਾ? ਮਤਲਬ ਤੁਸੀਂ ਯਾਰ ਹੁਣ ਜੇ MP ਸਾਹਿਬ ਬੈਠੇ ਨੇ ਤੇ ਉਹਨਾਂ ਦੀ ਕੀ ਜ਼ਰੂਰਤ ਹੈ? ਮੈਂ ਕਾਗਜ਼ ਭਰਨ ਗਿਆ, MP ਸਾਹਿਬ ਆ ਗਏ, ਕਿਤੇ ਹੋਰ ਜਾਊਂਗਾ, ਪਹਿਲੇ ਮੀਟਿੰਗ ਕੀਤੀ ਸਾਰਿਆਂ ਦਾ, ਉੱਥੇ ਆਸ਼ੂ ਜੀ ਆ ਗਏ। ਹਰ ਲੀਡਰ ਨੇ ਵਕਤ ਸਿਰ ਹੋਣਾ ਨਾ, ਸਾਰੀ ਲੀਡਰਸ਼ਿਪ ਇੱਕ ਥਾਂ ਤੇ ਤਾਂ ਹੋ ਨਹੀਂ ਸਕਦੀ। ਸੋ ਇਹ ਐਵੇਂ ਇਹਨਾਂ ਨੂੰ ਆਦਤ ਹੈ ਉਹ ਗੱਲਾਂ ਨੂੰ ਐਕਸਪਲੋਇਟ ਕਰਨ ਦੀ। ਇਹ ਛੋਟੀਆਂ ਚੀਜ਼ਾਂ ਨੇ, ਨਥਿੰਗ। ਸਾਰੀਆਂ ਤੁਸੀਂ ਗੱਲਾਂ ਕੀਤੀਆਂ। ਆਮ ਆਦਮੀ ਪਾਰਟੀ ਕਹਿੰਦੀ ਇੱਥੇ ਇਸ ਹਲਕੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ। ਅਸੀਂ ਜੋ ਸਿਹਤ ਸਹੂਲਤਾਂ ਦੀ ਗੱਲ ਕਰ ਰਹੇ ਹਾਂ, ਦਿੱਲੀ ਦੇ ਮਾਡਲ ਦੀ, ਇੱਥੇ ਐਜੂਕੇਸ਼ਨ ਮਾਡਲ ਦੀ, ਇਸ ਹਲਕੇ 'ਚ ਬਹੁਤ ਜ਼ਰੂਰਤ ਆ। ਉਹ ਕਹਿੰਦੇ ਅਸੀਂ ਲਿਆਵਾਂਗੇ, ਕਾਂਗਰਸ ਦੇ 5 ਸਾਲ ਨਹੀਂ ਕੁਝ ਕੀਤਾ। ਸੁਣੋ, ਦਿੱਲੀ ਦੇ ਸਕੂਲਾਂ ਦੀ ਰੇਟਿੰਗ ਆਪਣੇ ਤੋਂ ਪਿੱਛੇ ਹੈ ਪੰਜਾਬ ਤੋਂ। ਉਹ ਕੋਈ ਅਸੀਂ ਤਾਂ ਰੇਟਿੰਗ ਕੀਤੀ ਨਹੀਂ, ਇੰਡੀਆ ਦੀ ਰੇਟਿੰਗ ਹੈ, ਪਿੱਛੇ ਹੈ ਨਾ ਜੀ। ਪੰਜਾਬ ਨੇ ਟੌਪ ਕੀਤਾ ਉਹਨਾਂ 'ਚ। ਜਿਹੜੀ ਹੈਲਥ ਦੀ ਗੱਲ ਕਰਦੇ ਨੇ, ਤੁਸੀਂ ਦਿਖਾ ਦਿਓ ਤੁਹਾਡੇ ਸਾਰੇ, ਤੁਸੀਂ ਪੱਤਰਕਾਰ ਭਾਈਚਾਰੇ 'ਚੋਂ ਬੈਠ ਕੇ ਪੁੱਛ ਲਓ, ਤੁਹਾਡਾ ਕੋਈ ਰਿਸ਼ਤੇਦਾਰ ਪੰਜਾਬ 'ਚੋਂ ਗਿਆ ਦਿੱਲੀ ਜਾ ਕੇ ਇਲਾਜ ਕਰਾਉਣ ਕੋਵਿਡ ਦੇ ਟਾਈਮ? ਤੇ ਤੁਹਾਡੇ ਸਾਰਿਆਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਦਿੱਲੀੋਂ ਪੰਜਾਬ ਆਇਆ ਹੋ ਇਲਾਜ ਕਰਾਉਣ ਲਈ। ਤੇ ਫਿਰ ਮਾਡਲ ਕਿਹੜਾ ਠੀਕ ਹੋਇਆ ਜੀ? ਪੰਜਾਬ ਮਾਡਲ। ਤੇ ਜਿਹੜੇ ਹੋਣ ਵਾਲਾ ਢਾਂਚਾ ਜਿਹਨੂੰ ਸੁਧਾਰਨ ਦੀ ਲੋੜ ਹੈ, ਜੇ ਇਹਦੇ ਤੋਂ ਹੀ ਮਾੜੇ ਨੇ, ਠੀਕ ਹੈ ਨਾ, ਤੇ ਫਿਰ ਕੀ ਹੈ? ਤੇ ਨਾਲੇ ਕਿ ਆਮ ਆਦਮੀ ਜੀ ਸਾਡੇ ਕਿਹੜੇ ਕੋਈ ਫੰਗ ਲੱਗੇ ਨੇ, ਕੋਈ ਸਿਰ ਤੇ ਕਲਗੀ ਲੱਗੀ? ਮਤਲਬ ਤੁਸੀਂ ਦੱਸੋ, ਗਨਮੈਨਾਂ ਤੋਂ ਬਿਨਾਂ ਇਹ ਸਾਹ ਨਹੀਂ ਲੈਂਦੇ, ਸਰਕਾਰੀ ਗੱਡੀਆਂ ਤੋਂ ਬਿਨਾਂ ਇਹਨਾਂ ਨੂੰ ਸਾਹ ਨਹੀਂ ਆਉਂਦਾ, ਕਾਗਜ਼ ਬਾਅਦ ਚ ਭਰਦੇ ਨੇ, ਪਹਿਲੇ ਗਨਮੈਨ ਲੈਣ ਨੂੰ ਖੜੇ ਨੇ ਉੱਥੇ। ਠੀਕ ਹੈ। ਤੇ ਅਸੀਂ ਲੋਕ ਤਾਂ ਆ ਤੁਰੇ ਫਿਰਦੇ ਆ। ਤੇ ਕਿਹੜੇ ਹੋਰ ਹੁੰਦਾ? ਆਮ ਆਦਮੀ ਕੀ ਹੁੰਦਾ ਜੀ? ਸਾਡੇ ਇਹਨਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਆ, ਇਹਨਾਂ ਨਾਲੋਂ ਜ਼ਿਆਦਾ ਐਫੀਸ਼ੀਐਂਟ ਆ, ਇਹਨਾਂ ਨਾਲੋਂ ਚੰਗੀ ਛਵੀ ਹੈ, ਇਹਨਾਂ ਨਾਲੋਂ ਜ਼ਿਆਦਾ ਕੰਮ ਕਰਨ ਦੀ ਕਪੈਸਿਟੀ ਹੈ। ਤੇ ਹੋਰ ਕੀ ਹੁੰਦਾ ਜੀ, ਦੱਸੋ? ਆਉਣ ਵਾਲਾ ਸਮਾਂ ਹੈ, ਹੁਣ ਬਹੁਤ ਥੋੜੇ ਦਿਨ ਰਹਿ ਗਏ ਆ, 15-18 ਦਿਨ। ਤੁਸੀਂ ਆਪਣਾ ਜਿਹੜਾ ਮੁਕਾਬਲਾ ਟੱਕਰ ਦੀ ਗੱਲ ਤਾਂ ਕਰਦੇ ਆ, ਸਾਰੇ ਤਿੰਨੋਂ ਹੀ ਜਿਹੜੇ ਇਸ ਵੇਲੇ ਅਕਾਲੀ ਦਲ ਵੀ ਹੈ ਜਿਹੜਾ ਇੱਥੇ ਰਾਜ ਕਰ ਚੁੱਕਾ, ਮੌਜੂਦਾ ਵਿਧਾਇਕ ਵੀ ਨੇ ਜਿਹੜੇ ਦੋ ਵਾਰੀ ਰਾਜ ਕਰ ਚੁੱਕੇ, ਤੀਸਰੇ ਹੁਣ ਆਮ ਆਦਮੀ ਜਿਹੜੀ ਕਹਿੰਦੀ ਮੈਂ ਸਰਕਾਰ ਬਣਾਉਣੀ ਹੈ। ਔਰ ਲੋਕ ਸਾਰੇ ਚੇਂਜ ਚਾਹੁੰਦੇ, ਵਿਕਲਪ ਚਾਹੁੰਦੇ ਕਿ ਵਾਕਈ ਇਸ ਹਲਕੇ ਦੇ ਵਿੱਚ ਚੇਂਜ ਦੇ ਰੂਪ 'ਚ ਤੁਸੀਂ ਆਓਗੇ ਜਾਂ ਕੋਈ ਹੋਰ? ਇਹ ਫੈਸਲਾ ਲੋਕਾਂ ਨੇ, ਉਹਨਾਂ ਨੇ ਦੇਖਣਾ ਹੈ ਵੀ ਗਾਵੜੀਆ ਸਾਹਿਬ
ਜਿਨ੍ਹਾਂ ਨੂੰ ਧਰ ਕੇ ਹਰਾਇਆ, ਕੀ ਉਹ ਇੱਥੇ ਵਿਕਲਪ ਬਣ ਸਕਦੇ ਨੇ? ਕੀ ਬੈਂਸ ਭਰਾ ਜਿਨ੍ਹਾਂ ਨੇ 10 ਸਾਲਾਂ 'ਚ ਇੱਥੇ ਡੱਕਾ ਨਹੀਂ ਤੋੜਿਆ, ਕੀ ਆਪ ਵਾਲੇ ਜਿਹੜੇ ਨੇ ਮੈਡਮ, ਮੈਂ ਇੱਜ਼ਤ ਨਾਲ ਕਹਿਣਾ ਚਾਹੁੰਦਾ ਬਈ ਉਹਨਾਂ ਦੀ ਇੱਥੇ ਕੀ ਐਗਜ਼ਿਸਟੈਂਸ ਹੈ, ਤੇ ਅਜੇ ਕਿਸੇ ਨੂੰ ਇਹੀ ਨਹੀਂ ਪਤਾ ਵੀ ਉਹ ਹੈ ਕੌਣ ਨੇ ਤੇ ਕਿੱਥੋਂ ਨੇ ਤੇ ਕੀ ਉਹਨਾਂ ਦੀ ਉਮੀਦ ਕਰਦੇ ਆ। ਰੋਜ਼ ਉਹਨਾਂ ਦੇ ਆਫਿਸ ਪਰ ਉਹਨਾਂ ਦੀ ਟੀਮ ਟੁੱਟ ਕੇ ਸਾਡੇ ਨਾਲ ਜੁਆਇਨ ਕਰਦੀ ਹੈ। ਜਦੋਂ ਟੀਮ ਜਿੱਤਦੀ ਹੁੰਦੀ ਹੈ ਨਾ ਫੌਜ, ਤੇ ਫੌਜੀ ਛੱਡ ਕੇ ਨਹੀਂ ਭੱਜਦੇ ਹੁੰਦੇ। ਫੌਜ ਜੇ ਜਿੱਤਣ ਵਾਲੇ ਪਾਸੇ ਲੋਕ ਆਉਂਦੇ ਹੁੰਦੇ ਨੇ ਤੇ ਸਾਡਾ ਤਾਂ ਕੋਈ ਉਧਰ ਜਾ ਨਹੀਂ ਰਿਹਾ, ਉਹਨਾਂ ਦੇ ਇੱਧਰ ਆ ਰਹੇ ਨੇ ਮੇਨ ਬੰਦੇ, ਤੇ ਫਿਰ ਦੱਸੋ ਤੁਸੀਂ ਜਿੱਤ ਕੌਣ ਕਿਹਦੀ ਹੋ ਰਹੀ ਹੈ? ਤੀਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਇਸ ਹਲਕੇ ਦੀ ਲੜਾਈ ਇਸ ਹਲਕੇ ਦੀ ਬਦਕਿਸਮਤੀ ਨਾਲ ਹੈ। ਜੋ ਪਿਛਲੀ ਵਾਰੀਆਂ 'ਚ ਠੱਗਿਆ ਗਿਆ, ਜੋ ਪਿਛਲੀ ਵਾਰੀ ਸੰਤਾਪ ਭੋਗਿਆ, ਇਹੀ ਲੱਛੇਦਾਰ ਭਾਸ਼ਣਾਂ ਨੇ, ਇਹੀ ਗੱਲਾਂ ਦੀ ਜਿਵੇਂ ਕਹਿੰਦੇ ਆ ਜਲੇਬੀਆਂ ਨੇ ਬੈਂਸਾਂ ਨੂੰ 2 ਵਾਰੀ ਜਿਤਾਇਆ, ਤੇ ਬਦਲੇ 'ਚ ਲੋਕਾਂ ਨੂੰ ਜੋ ਮਿਲਿਆ ਉਹ ਸਾਹਮਣੇ ਪ੍ਰਤੱਖ ਆ। ਸੋ ਇਸ ਕਰਕੇ ਮੇਰੇ ਹੱਥ ਜੋੜ ਕੇ ਲੋਕਾਂ ਦੇ ਚਰਨਾਂ 'ਚ ਅਪੀਲ ਹੈ ਵੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ। ਕੰਧ ਤੇ ਲਿਖਿਆ ਸੱਚ ਹੈ, ਚੰਦ ਦਿਨਾਂ 'ਚ ਜੋ ਕੋਈ 5 ਸਾਲ 'ਚ ਨਹੀਂ ਕਰ ਸਕਦਾ। ਠੀਕ ਹੈ ਜੀ। ਸੋ ਆਪਾਂ ਇਸ ਹਲਕੇ ਤੋਂ ਜਿਤਾਈਏ, ਤੇ ਅਗਰ ਈਸ਼ਵਰ ਜੋ ਚੀਮਾ ਜਿੱਤ ਕੇ ਵਿਧਾਨ ਸਭਾ ਜਾਂਦਾ ਹੈ, ਤੇ ਇਹ ਤਾਂ ਕਰਦੇ ਸੀ ਨਾ ਗੱਲਾਂ ਵੀ ਬਾਕੀ 115 ਨੂੰ ਕੰਮ ਕਰਨਾ ਸਿਖਾਵਾਂਗੇ। ਇਹਨਾਂ ਨੇ 115 ਨੂੰ ਇਹ ਸਿਖਾਤਾ ਵੀ ਤੁਸੀਂ ਬਿਨਾਂ ਕੰਮ ਕੀਤੋਂ ਝੂਠ ਛਲ ਫਰੇਬ ਤੋਂ ਕਿਵੇਂ ਕੰਮ ਲੈਣਾ। ਮੈਂ ਕਿਹਾ ਇਹਨਾਂ ਨੇ ਤਾਂ ਝੂਠ ਛਲ ਫਰੇਬ ਤੋਂ ਕੰਮ ਲਿਆ, ਤੇ ਈਸ਼ਵਰ ਜੋ ਚੀਮਾ ਸੱਚੀ ਇਸ ਹਲਕੇ ਦਾ ਬੇਟਾ ਭਰਾ ਮਤਲਬ ਬਣ ਕੇ, ਤੇ ਤੁਹਾਡਾ ਸਾਰਿਆਂ ਦਾ ਸਾਥੀ ਬਣ ਕੇ ਤੁਹਾਡੀ ਸੇਵਾ 'ਚ ਰਹੂ, ਤੇ ਜਿਵੇਂ ਪਿਛਲੇ 1 ਸਾਲ ਤੋਂ ਲੋਕਾਂ ਦੇ ਵਿੱਚ ਸੇਵਾ 'ਚ ਰਹੇ ਆ, ਜਿਹੜਾ ਹੁੰਦਾ ਇੱਕ ਜਜ਼ਬਾ ਸੀਗਾ ਕੰਮ ਕਰਨ ਦਾ, ਜਿਹਦੇ ਕਰਕੇ ਇੰਨਾ ਕੁਝ ਕੀਤਾ ਐਡਮਿਨਿਸਟ੍ਰੇਸ਼ਨ ਦੇ ਵਿੱਚ। ਬਿਲਕੁਲ ਫਰਕ ਜਿਹੜਾ ਵਿਸ਼ੇਸ਼ ਵਿਅਕਤੀ ਜਦੋਂ ਹੁੰਦਾ ਫਰਕ ਪਤਾ ਲਾ ਦਿੰਦਾ। ਲੇਕਿਨ ਸਾਡੇ ਨਾਲ ਅਸੀਂ ਹੋਰ ਵੀ ਗੱਲ ਕਰਨਾ ਚਾਹਾਂਗੇ, ਸਾਡੇ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰੀ ਨਾਲ। ਰੂਬਰੂ ਕਰਾਣਾ ਦਰਸ਼ਕਾਂ ਨੂੰ ਯੋਗੇਸ਼ ਕਪੂਰ ਜੀ, ਜਿਹੜੇ ਕਿ ਬਹੁਤ ਸੂਝ-ਬੂਝ ਰੱਖਦੇ ਨੇ ਇਸ ਪੋਲੀਟੀਕਲ ਦੇ ਉੱਤੇ, ਅੱਜ ਕੱਲ੍ਹ ਦੇ ਇਲੈਕਸ਼ਨਾਂ ਦੇ ਉੱਤੇ। ਉਹਨਾਂ ਦੀ ਵੀ ਰਾਏ ਲੈਣੇ, ਉਹਨਾਂ ਦੀ ਰਾਏ ਇਸ ਹਲਕੇ ਬਾਰੇ ਕੀ ਹੈ ਤੇ ਤੁਹਾਡਾ ਜਿਹੜਾ ਕੈਂਡੀਡੇਟ ਹੈ ਉਹਦੇ ਬਾਰੇ ਕੀ ਹੈ। ਜੇ ਓਵਰਆਲ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਨਵਜੋਤ ਸਿੱਧੂ ਜਿਹੜੀ ਪੂਰਬੀ ਸੀਟ ਹੈ ਉਹ ਹੌਟ ਸੀਟ ਹੈ। ਮੈਂ ਮੰਨਦਾ ਕਿ ਜਿਹੜੀ ਲੁਧਿਆਣੇ ਦੀ ਆਤਮਨਗਰ ਹਲਕਾ ਤੇ ਸਾਊਥ ਹਲਕਾ ਵੀ ਹੌਟ ਸੀਟ ਹੈ। ਹੌਟ ਸੀਟ ਇਸ ਕਰਕੇ ਹੈ ਕਿਉਂਕਿ ਲੋਕਾਂ ਨੇ 10 ਸਾਲ ਮੌਕਾ ਦਿੱਤਾ ਮੌਜੂਦਾ ਵਿਧਾਇਕਾਂ ਨੂੰ ਕਿ ਉਹ ਕੁਝ ਕਰਨ। ਤੁਸੀਂ ਵੀ ਆਪਣਾ, ਅਸੀਂ ਪਿੰਡਾਂ 'ਚ ਜਾ ਕੇ, ਤੁਸੀਂ ਮੇਰੇ ਨਾਲ ਹੀ ਸੀ ਉਸ ਵੇਲੇ ਜਦੋਂ ਮੀਡੀਆ ਦੇ ਤੌਰ ਤੇ ਅਸੀਂ ਆਪਣਾ ਮੀਡੀਆ ਵਿੱਚ ਰਹੇ ਇੱਥੇ ਸਾਰਾ ਜਾ ਕੇ, ਕਿ ਜੋ ਅਸੀਂ ਮੈਂ ਕੱਲ ਵੀ ਰਾਤੀ ਸੀ ਇੱਥੇ ਦੌਰਾ ਕੀਤਾ, ਆ ਕੇ ਦੇਖਿਆ, ਤੁਸੀਂ ਦੇਖਿਆ ਕਿਸ ਤਰੀਕੇ ਨਾਲ ਦੇ ਨਜ਼ਰ ਆਏ ਨੇ। ਖਾਸ ਕਰਕੇ ਸਾਊਥ ਹਲਕੇ ਦੇ ਪੂਰਾ ਪਿਛੜਾ ਨਜ਼ਰ ਹੈ। ਲੋਕਾਂ ਦੀ ਮੁੱਢਲੀ ਜ਼ਰੂਰਤ ਕੀ ਹੁੰਦੀ ਹੈ? ਸੜਕਾਂ, ਪਾਣੀ, ਸੀਵਰੇਜ। ਜਦੋਂ ਪਿੱਛੇ ਜਿਹੜਾ ਅਸੀਂ ਕੱਲ ਕਵਰੇਜ ਜਦੋਂ ਕਿਤੇ ਤੁਸੀਂ ਕੀਤੀ ਹੈ, ਤੁਸੀਂ ਦੇਖਿਆ ਕਿਸ ਤਰੀਕੇ ਨਾਲ ਹਾਲਾਤ ਸੀ ਪਾਣੀ ਦੇ, ਕਿ ਲੋਕ ਜਿਹੜੇ ਗਰੀਬ ਤਬਕਾ ਵਾਲੇ ਲੋਕ ਸੀ ਕਿਸ ਤਰ੍ਹਾਂ ਨਰਕ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਸੀ। ਵਿਧਾਇਕ ਦਾ ਕੰਮ ਹੁੰਦਾ ਹੈ ਕੰਮ ਕਰਨਾ ਹੈ। ਮੈਂ ਕਿਉਂਕਿ ਉਹ ਵੀ ਜਿਹੜੇ ਇਸ ਟਾਈਮ ਮੌਜੂਦਾ ਵਿਧਾਇਕ ਨੇ, ਮੈਂ ਕਿਸੇ ਪਾਰਟੀ ਨਾਲ ਜੁੜਿਆ, ਮੈਂ ਇੱਕ ਪੱਤਰਕਾਰ ਹਾਂ, ਲੇਕਿਨ ਅਸੀਂ ਇਸ ਪੂਰੇ ਓਵਰਆਲ ਲੁਧਿਆਣੇ ਦੇ ਸਾਰੇ ਹਲਕਿਆਂ ਵਿੱਚ ਵਿਚਰਦੇ ਹਾਂ। ਵਿਕਾਸ ਸਭ ਨੂੰ ਚਾਹੀਦਾ, ਗਲੀਆਂ ਸੜਕਾਂ ਪੱਕੀਆਂ ਹੋਣ, ਸੀਵਰੇਜ ਚੰਗੇ ਪਏ ਹੋਣ, ਵਧੀਆ ਰਹਿਣ ਸਹਿਣ ਕਿਹਨੂੰ ਪਸੰਦ ਨਹੀਂ ਹੈ। ਮਾਡਲ ਅਸੀਂ ਗੱਲ ਕਰੀਏ, ਦਿੱਲੀ ਮਾਡਲ ਦੀ ਗੱਲ ਕਰੀਏ, ਪੰਜਾਬ ਮਾਡਲ ਦੀ ਗੱਲ ਕਰੀਏ, ਜੋ ਮਰਜ਼ੀ ਕਰੀਏ, ਇਹ ਮਾਡਲਾਂ ਤੋਂ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਹਾਂ, ਇਸ ਵਾਰ ਇੱਕ ਚੀਜ਼ ਹਾਲਾਤ ਮੈਂ ਤੁਹਾਨੂੰ ਕਹਿਣਾ ਚਾਹੂੰਗਾ, ਜੋ ਅੱਜ ਪੰਜਾਬ ਦੇ ਵਿੱਚ ਜੋ ਹਾਲਾਤਾਂ ਦੇ ਸਾਹਮਣੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ, ਔਰ ਖਾਸ ਕਰਕੇ ਸਾਊਥ ਹਲਕਾ ਈਸ਼ਵਰ ਚੀਮਾ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹਨਾਂ ਨੇ ਕਾਫੀ ਕੰਮ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਤੇ ਲੋਕਾਂ 'ਚ ਵਿਚਰਦੇ ਰਹੇ ਨੇ। ਇਹਨਾਂ ਦਾ ਜੋ ਵਿਜ਼ਨ ਹੈ, ਜੋ ਕੰਮ ਕਰਨ ਦੀ ਸ਼ਮਤਾ ਇਹਨਾਂ ਦੇ ਵਿੱਚ, ਉਹ ਮੈਨੂੰ ਲੱਗਦਾ ਕਿ ਇਸ ਹਲਕੇ 'ਚ ਬਦਲਾਵ ਦੇ ਤੌਰ ਤੇ ਸਹੀ ਸਾਬਤ ਹੋਏਗੀ। ਅੱਜ ਕੱਲ ਇਹ ਦੌਰ ਚੱਲਿਆ ਵੀ ਵਿਕਲਪ, ਚਾਹੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸਾਰੇ ਪਾਰਟੀਆਂ ਤੋਂ ਵਿਕਲਪ ਇੱਕੋ ਹੀ ਹੈ, ਆਮ ਆਦਮੀ ਪਾਰਟੀ। ਲੇਕਿਨ ਦੇਖਣਾ ਹੋਊਗਾ ਕਿ ਜਿਹੜਾ ਕਿ ਗੱਲ ਕੀਤੀ ਹੈ ਯੋਗੇਸ਼ ਜੀ ਨੇ, ਆਪਣੀ ਐਕਸਪੈਕਟੇਸ਼ਨ ਨਾਲ, ਆਪਣੀ ਦੂਰਅੰਦੇਸ਼ੀ ਨਾਲ ਦੱਸਿਆ। ਚੀਮਾ ਜੀ, ਵਾਕਈ ਮੰਨਦੇ ਹੋ ਵੀ ਇੱਥੇ ਜਿਹੜੇ ਮੂਲਭੂਤ ਸਹੂਲਤਾਂ ਉਹਦੀਆਂ ਵੀ ਕਮੀਆਂ? ਕਿਉਂਕਿ ਅਸੀਂ ਕੱਲ ਵੀ ਔਰ ਕਾਫੀ ਦਿਨਾਂ ਤੋਂ ਇਸ ਹਲਕੇ ਤੇ ਅਸੀਂ ਸਰਵੇ ਕਰ ਰਹੇ ਹਾਂ, ਮਤਲਬ ਸੀਵਰੇਜ ਤੱਕ ਦੇ ਜਿਹੜੇ ਪਾਣੀ ਆ ਉਹ ਸਾਰੇ ਬਾਹਰ ਘੁੰਮ ਰਹੇ ਨੇ, ਲੋਕੀ ਬਹੁਤ ਦੁਖੀ ਨੇ। ਮੈਂ ਕਿਹਾ ਜੀ, ਤੁਸੀਂ ਜੋ ਮਾੜੇ ਤੋਂ ਮਾੜਾ ਸੋਚ ਸਕਦੇ ਹੋ, ਤੁਸੀਂ ਗਲੀਆਂ ਜਾਓਗੇ ਤੁਸੀਂ ਉਦੋਂ ਮਾੜੇ ਹਾਲਾਤ ਪਾਓਗੇ। ਲੋਕਾਂ ਦੇ ਤਾਂ ਘਰ ਰੰਗੜ ਰਹੇ ਨੇ, ਸੀਵਰੇਜ ਬੈਕ ਵੱਜ ਰਿਹਾ, ਮਤਲਬ ਜੇ 100 ਗਜ 'ਚ ਘਰ ਹੈ ਤੇ ਵਿੱਚੋਂ 10 20 ਗਜ ਖਰਾਬ ਹੋ ਰਿਹਾ, ਵੇਸਟ ਹੋ ਰਿਹਾ, ਜਿੱਥੇ ਨਹੀਂ ਵੜ ਸਕਦੇ, ਸਮੈਲ ਮਾਰਦੀ ਹੈ। ਤੇ ਐਮਐਲਏ ਸਾਹਿਬ ਦਾ ਛੋਟੇ ਜਿਹੇ ਘਰ 'ਚੋਂ 16 ਕਿੱਲਿਆਂ 'ਚ ਘਰ ਬਣ ਗਿਆ। ਕਹਿੰਦੇ ਹਲਕੇ 'ਚ ਪਿਆਰ ਹੈ ਤੇ ਵੀ ਅਸੀਂ ਸੇਵਾ 'ਚ ਬੈਠੇ ਆ,
ਤੇ ਹਲਕੇ ਚੋਂ ਛੱਡ ਕੇ ਜਾ ਕੇ ਆਲਮਗੀਰ ਘਰ ਪਾ ਲਿਆ, ਸ਼ਹਿਰ ਤੋਂ ਵੀ ਬਾਹਰ ਦੇਹਾਤ 'ਚ। ਤੇ ਸਰ ਦੂਜੀ ਤੁਹਾਨੂੰ ਹੋਰ ਮਾੜੀ ਹਰਕਤ ਦੱਸਦਾ ਜਿਹੜੀ ਇਹਨਾਂ ਨੇ ਕੀਤੀ ਹੈ। ਜੇ ਕੋਈ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕਰਾਇਆ ਹੈ, ਤੇ ਉਹਦੇ 'ਚ ਵੀ ਜਾ ਕੇ ਇਹਨਾਂ ਨੇ ਕੀੜੇ ਪਾਏ ਨੇ। ਇਹਨਾਂ ਨੇ ਜਾ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੇਕੇਦਾਰਾਂ ਨੂੰ ਗਾਲਾਂ ਕੱਢ ਕੇ ਹਰ ਕੰਮ ਦੇ ਵਿੱਚ ਅਫਸਰਾਂ ਨੂੰ ਤੰਗ ਕਰ, ਬਲੈਕਮੇਲ ਕਰ, ਹਰ ਚੀਜ਼ 'ਚ ਰੁਕਾਵਟ ਪਾਉਣ ਦੀ, ਬਈ ਜੇ ਅਸੀਂ ਨਹੀਂ ਕਰ ਸਕਦੇ ਤੇ ਕੋਈ ਨਾ ਕਰ ਸਕੇ। ਆਸ ਘਟੀਆ ਸੋਚ ਹੈ ਇਹਨਾਂ ਦੀ। ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ, ਕੀ ਤੁਹਾਡੇ ਇਸ ਰਸਤੇ ਦੇ ਵਿੱਚ ਜਿਸ ਤਰੀਕੇ ਨਾਲ ਕੈਪਟਨ ਚਲੇ ਗਏ ਨੇ ਦੂਸਰੀ ਪਾਰਟੀ 'ਚ, ਭਾਜਪਾ ਬੀਜੇਪੀ ਨਾਲ ਗਠਬੰਧਨ ਕਰ ਲਿਆ, ਔਰ ਐਸੇ ਚੰਨੀ ਸਰਕਾਰ ਆ, ਉਹਨਾਂ ਤੇ ਵੀ ਲੋਕ ਜਿਹੜੇ ਹੈ ਕਿੰਤੂ ਪਰੰਤੂ ਕਰ ਰਹੇ ਆ, ਕਿ ਉਹਦਾ ਤੁਹਾਨੂੰ ਕੋਈ ਰੁਕਾਵਟ ਤਾਂ ਨਹੀਂ ਆਏਗੀ? ਦੇਖੋ ਇੱਕ ਟੀਮ ਦਾ ਹੁੰਦਾ ਕੰਮ, ਟੀਮ ਸਾਰੀ ਖੜੀ ਹੈ, ਟੀਮ ਠੀਕ ਕੰਮ ਕਰ ਰਹੀ ਹੈ। ਕੌਣ ਗਿਆ, ਕਿੰਨੇ ਕਹਿੰਦੇ ਸੀ ਰੌਲਾ ਵੀ ਇੰਨੇ ਐਮਐਲਏ ਚਲੇ ਜਾਣਗੇ, ਆ ਚਲੇ ਜਾਣਗੇ, ਕੋਈ ਹਿੱਲਿਆ? ਸਾਰੇ ਆਪਣੀ ਥਾਂ ਤੇ ਨੇ। ਉਹ ਪਤਾ ਨਹੀਂ ਹੁਣ ਉਹਨਾਂ ਦੀ ਕੀ ਮਜਬੂਰੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜਾ ਬੀਜੇਪੀ ਦੇ ਉਂਗਲਾਂ ਤੇ ਖੇਡ ਰਹੇ ਨੇ। ਉਹ ਉਹਨਾਂ ਨੂੰ ਹੈ, ਵੈਸੇ ਇਸ ਬੁਢਾਪੇ 'ਚ ਬੰਦੇ ਤੋਂ ਹਾਕੀ ਖੇਡ ਨਹੀਂ ਹੁੰਦੀ ਜੋ ਉਹਨਾਂ ਨੇ ਕੀਤਾ। ਬਾਕੀ ਉਹਨਾਂ ਨੂੰ, ਉਹਨਾਂ ਦੀ ਮਰਜ਼ੀ ਹੈ। ਸਾਡੇ ਪਾਰਟੀ ਦੇ ਕਿਸ ਟਾਈਮ ਲੀਡਰ ਰਹੇ ਨੇ, ਅਸੀਂ ਤਾਂ ਉਹਨਾਂ ਨੂੰ ਵੈਲ ਵਿਸ਼ੇਸ ਹੀ ਕਹਿ ਸਕਦੇ ਹਾਂ। ਉਹ ਕਹਿੰਦੇ ਗੋਲ ਹੁਣ ਕਰਨਾ ਬਾਕੀ ਰਹਿ ਗਿਆ, ਗੋਲ ਹੀ ਕਰਨਾ, ਗੋਲ ਹੋਣਾ ਕੋ ਕਹਿੰਦੇ ਪਿੱਛੇ ਆਪਣੇ ਵਾਲੀ ਨਾ ਕਰ ਲੈਣ, ਬੀਜੇਪੀ ਦੇ ਗੋਲ ਨਾ ਕਰ ਜਾਣ। ਅੱਜ ਦੇਖ ਜਾਣ ਉਹ ਨਤੀਜਾ ਹੋਣਾ ਜਦੋਂ ਕੈਂਡੀਡੇਟ ਹੀ ਇੱਥੇ ਹੀ ਲਾ ਲਓ ਧਾਰਨ। ਹੁਣ ਸ਼ਹਿਰ 'ਚ 3 ਕੈਂਡੀਡੇਟ ਨੇ ਤੇ ਤਿੰਨੋਂ ਹੀ ਹਾਕੀ ਸਟਿਕ ਤੇ ਬਾਲ ਤੇ ਨਹੀਂ ਲੜ ਰਹੇ। ਤਿੰਨੋਂ ਕੈਂਡੀਡੇਟ ਫੁੱਲ ਦੇ ਚੋਣ ਨਿਸ਼ਾਨ ਤੇ ਆ ਰਹੇ ਆ। ਤੇ ਜੇ ਪਾਰਟੀ ਦਾ ਸਿੰਬਲ ਹੀ ਨਹੀਂ ਕੋਈ ਲੈਣ ਨੂੰ ਤਿਆਰ, ਜੇ ਮੈਂ ਕਾਂਗਰਸਮੈਨ ਹੋ ਕੇ ਮੈਨੂੰ ਸਿੰਬਲ ਹੀ ਕਾਂਗਰਸ ਦਾ ਮੈਂ ਮਤਲਬ ਨਹੀਂ ਲੈ ਰਿਹਾ, ਤੇ ਫਿਰ ਮੈਨੂੰ ਇਹਦਾ ਮਤਲਬ ਮੇਰੀ ਪਾਰਟੀ ਤੇ ਕੀ ਭਰੋਸਾ ਹੈ? ਹਲਕਾ ਸਾਊਥ ਦੱਖਣੀ ਦੇ ਵਿੱਚ ਚੋਣ ਲੜ ਰਹੇ ਹੋ, ਬੜੀ ਜਲਦੀ ਹੀ ਜਿਹੜਾ ਹੈ ਦਿਨ ਬੀਤਦੇ ਨੇ, ਰਾਤ ਪੈ ਜਾਂਦੀ ਹੈ, ਔਰ 20 ਤਰੀਕ ਨਜ਼ਦੀਕ ਆ ਰਹੀ ਹੈ। ਥੋੜੇ ਦਿਨਾਂ ਦੇ ਵਿੱਚ ਤੁਸੀਂ ਸਾਰਾ ਜਿਹੜਾ ਹੈ ਲੋਕਾਂ ਕੋਲ ਵਿਚਰ ਪਾਓਗੇ, ਤੇ ਹੁਣ ਕੀ ਜਿੰਨੇ ਤੱਕ ਵਿਚਰੇ ਹੋ ਕੀ ਕਹਿੰਦੇ ਨੇ ਲੋਕ? ਭਾਜੀ ਸਾਨੂੰ ਇਸ ਕਰਕੇ ਪ੍ਰੋਬਲਮ ਨਹੀਂ, ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਖੁਸ਼ਕਿਸਮਤ ਆ ਵੀ ਜਿਹੜਾ ਪਾਰਟੀ ਨੇ ਇੱਕ ਦਿਨ ਵੀ ਚੰਡੀਗੜ੍ਹ ਜਾਂ ਦਿੱਲੀ ਮੇਰਾ ਗੇੜਾ ਨਹੀਂ ਕਢਵਾਇਆ ਟਿਕਟ ਪਿੱਛੇ। ਇੱਥੇ ਬੈਠ ਕੇ ਲੋਕਾਂ ਦੇ ਵਿੱਚ ਰਹੇ ਆ ਪਿਛਲੇ ਲੰਬੇ ਸਮੇਂ ਤੋਂ, ਤਕਰੀਬਨ 8-9 ਮਹੀਨਿਆਂ ਤੋਂ ਇੱਕ ਦਿਨ ਵੀ ਦਾ ਵੀ ਨਾਗਾ ਨਹੀਂ। ਚੰਡੀਗੜ੍ਹ ਦਿੱਲੀ ਵੀ ਕੋਈ ਨਹੀਂ ਗਏ। ਤੇ ਜਦੋਂ ਤੁਸੀਂ ਕੋਈ ਨਾਗਾ ਨਹੀਂ ਤੇ ਸਵੇਰ ਤੋਂ ਸ਼ਾਮ ਤੱਕ ਹਲਕੇ 'ਚ ਰਹਿਣਾ, ਫਿਰ ਤੁਹਾਨੂੰ ਆ ਦਿਨ ਮੈਟਰ ਨਹੀਂ ਕਰਦੇ, 2 ਦਿਨ ਘੱਟ ਕੀ 2 ਦਿਨ ਜ਼ਿਆਦਾ ਕੀ। ਮਤਲਬ ਲੋਕਾਂ ਦਾ ਰਿਸਪੌਂਸ ਜਿਹੜਾ ਉਹ ਮੇਰੀ ਤਾਕਤ ਬਣ ਰਿਹਾ, ਤੇ ਉਹ ਮੇਰੀ ਤਾਕਤ ਹੀ ਬਣ ਕੇ ਨਿਕਲੂਗਾ, ਰਿਜ਼ਲਟ ਆਊਗਾ ਜੀ ਸਾਹਮਣੇ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਕਾਂਗਰਸ ਪਾਰਟੀ ਦੇ ਯੁਵਾ ਉਮੀਦਵਾਰ ਈਸ਼ਵਰਜੋਤ ਚੀਮਾ ਜੀ, ਜਿਹੜੇ ਕਹਿੰਦੇ ਵੀ ਮੇਰਾ ਜਿਹੜਾ ਵਿਸ਼ਵਾਸ ਹੈ ਇਸ ਵੇਲੇ ਇਸ ਹਲਕੇ ਦੇ ਬਣਿਆ ਹੋਇਆ, ਕਿਉਂਕਿ ਮੈਂ ਇਸ ਹਲਕੇ ਦੇ ਵਿੱਚ ਅੱਜ ਨਹੀਂ ਆਇਆ ਨਵਾਂ, ਚਾਹੇ ਟਿਕਟ ਮੈਨੂੰ ਦੇਰ ਨਾਲ ਦਿੱਤੀ ਗਈ ਹੈ, ਪਰ ਟਿਕਟ ਦਰੁਸਤ ਹੈ। ਔਰ ਦੇਖਣਾ ਹੋਊਗਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਤੇ ਪੰਜਾਬ ਦਾ ਭਵਿੱਖ ਲਿਖਣ ਜਾ ਰਹੀ ਆ, ਕਿਸ ਤਰੀਕੇ ਨਾਲ ਸਫਲਤਾ ਮਿਲਦੀ ਆ।